ओम शांति। 28 अगस्त 2021 बाबा दी साकार मुरली। सुनी सुनाई गल्लां ते विश्वास नहीं करो। बाबा कहते भी कोई आपां नूं गल्लां सुणाउंदा है किसे दे बारे तां सुनी सुनाई गल्लां ते विश्वास नहीं करो। अगर कोई उल्टी सुलटी गल्लां सुणांदा है तां एक कंन तो सुन दूजे कंन तो कढ दो। अगर आपां नूं कोई उल्टी सुलटी गल्लां सुणांदा है तां बाबा कहते भी एक कंन तो सुनो ते दूजे कंन तो कढ दिओ। फिर प्रश्न है, ਜਿਹੜੇ ਬੱਚੇ ਗਿਆਨ ਦੀ ਖੁਸ਼ੀ ਵਿੱਚ ਰਹਿੰਦੇ ਹੈ ਉਹਨਾਂ ਦੀ ਨਿਸ਼ਾਨੀ ਕੀ ਹੋਏਗੀ? ਜਿਹੜੇ ਬੱਚੇ ਗਿਆਨ ਦੀ ਖੁਸ਼ੀ ਵਿੱਚ ਰਹਿੰਦੇ ਹੈ ਤਾਂ ਉਹਨਾਂ ਦੀ ਨਿਸ਼ਾਨੀ ਕੀ ਹੋਊਗੀ? ਉੱਤਰ ਹੈ, ਉਹ ਪੁਰਾਣੇ ਕਰਮ ਭੋਗ ਦਾ ਹਿਸਾਬ ਕਿਤਾਬ ਉਸ ਖੁਸ਼ੀ ਵਿੱਚ ਮਰਜ ਕਰਦੇ ਜਾਣਗੇ। ਵੀ ਜਿਹੜੇ ਵੀ ਕੋਈ ਕਰਮਾਂ ਦਾ ਹਿਸਾਬ ਕਿਤਾਬ ਆ ਗਿਆ ਉਹ ਖੁਸ਼ੀ ਦੇ ਵਿੱਚ ਉਹਦਾ ਅਨੁਭਵ ਹੀ ਨਹੀਂ ਕਰਨਗੇ ਵੀ ਇਹ ਕੀ ਆਇਆ। ਗਿਆਨ ਦੀ ਖੁਸ਼ੀ ਵਿੱਚ ਦੁੱਖ ਦਰਦ ਗਮ ਦੀ ਦੁਨੀਆ ਹੀ ਭੁੱਲ ਜਾਂਦੀ ਹੈ। ਵੀ ਜਿਹਨੂੰ ਬਾਬਾ ਕਹਿੰਦੇ ਗਿਆਨ ਦੀ ਖੁਸ਼ੀ ਹੋਵੇ ਤਾਂ ਉਹ ਕੀ ਹੈ, ਸਾਰੇ ਦੁੱਖ ਦਰਦ ਤੇ ਗਮ ਦੀ ਦੁਨੀਆ ਨੂੰ ਭੁੱਲ ਜਾਂਦਾ ਹੈ। ਬੁੱਧੀ ਵਿੱਚ ਰਹਿੰਦਾ ਹੁਣ ਤਾਂ ਅਸੀਂ ਖੁਸ਼ੀ ਦੀ ਦੁਨੀਆ ਵਿੱਚ ਜਾ ਰਹੇ। ਬੁੱਧੀ ਵਿੱਚ ਸਿਰਫ ਕੀ ਰਹਿੰਦਾ ਹੈ ਕਿ ਹੁਣ ਤਾਂ ਅਸੀਂ ਖੁਸ਼ੀ ਦੀ ਦੁਨੀਆ ਵਿੱਚ ਜਾ ਰਹੇ ਹਾਂ। ਰਾਵਣ ਨੇ ਸ਼ਰਾਪਿਤ ਕਰ ਦੁਖੀ ਕੀਤਾ। ਵੀ ਰਾਵਣ ਨੇ ਸਾਨੂੰ ਸ਼ਰਾਪ ਦੇ ਕੇ ਦੁਖੀ ਕੀਤਾ। ਹੁਣ ਬਾਬਾ ਆਇਆ ਹੈ ਉਸ ਦੁੱਖ ਦੀ ਗਮ ਦੀ ਦੁਨੀਆ ਤੋਂ ਕੱਢ ਖੁਸ਼ੀ ਦੀ ਦੁਨੀਆ ਵਿੱਚ ਲੈ ਜਾਣ ਵਾਸਤੇ। ਵੀ ਭਗਵਾਨ ਆਇਆ ਹੈ ਸਾਨੂੰ ਉਸ ਦੁੱਖ ਦੀ ਗਮ ਦੀ ਦੁਨੀਆ ਤੋਂ ਕੱਢ ਖੁਸ਼ੀ ਦੀ ਦੁਨੀਆ ਵਿੱਚ ਲੈ ਜਾਣ ਵਾਸਤੇ। ਗੀਤ ਹੈ, ਤੁਹਾਨੂੰ ਪਾ ਕੇ ਅਸੀਂ ਜਹਾਂ ਪਾ ਲਿਆ, ਜਮੀ ਜਮੀ ਕੀ ਆਸਮਾਨ ਪਾ ਲਿਆ। ਵੀ ਭਗਵਾਨ ਨੂੰ ਪਾ ਕੇ ਅਸੀਂ ਸਭ ਕੁਝ ਪਾ ਲਿਆ। ਓਮ ਸ਼ਾਂਤੀ। ਮਿੱਠੇ ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਜ਼ਰੂਰ ਬੱਚਿਆਂ ਦੇ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਆ। ਵੀ ਕਿਹੜੇ ਗੀਤ ਸੁਣ ਕੇ? ਵੀ ਤੁਹਾਨੂੰ ਪਾ ਕੇ ਅਸੀਂ ਸਭ ਕੁਝ ਪਾ ਲਿਆ। ਤਾਂ ਬਾਬਾ ਕਹਿੰਦੇ ਬੱਚਿਆਂ ਦੇ ਖੁਸ਼ੀ ਵਿੱਚ ਕੀ ਹੋਣੇ ਚਾਹੀਦੇ ਆ? ਰੋਮਾਂਚ ਖੜੇ ਹੋ ਜਾਣੇ ਚਾਹੀਦੇ ਨੇ, ਕਿਉਂਕਿ ਗਾਇਆ ਜਾਂਦਾ ਨਹੀਂ ਖੁਸ਼ੀ ਜ਼ਹਿਰ ਦੀ ਖੁਰਾਕ ਨਹੀਂ। ਵੀ ਕਹਿੰਦੇ ਆ ਨਾ ਵੀ ਜਿਹਨੂੰ ਖੁਸ਼ੀ ਹੋਵੇ ਉਹਨੂੰ ਤਾਂ ਕੋਈ ਖੁਰਾਕ ਦੀ ਲੋੜ ਹੀ ਨਹੀਂ ਹੁੰਦੀਗੀ, ਹੈ ਨਾ। ਹੁਣ ਤੁਸੀਂ ਸਾਰੇ ਰੂਹਾਨੀ ਬੱਚਿਆਂ ਨੂੰ ਬੇਹੱਦ ਦਾ ਬਾਪ ਮਿਲਿਆ ਹੈ। ਬੇਹੱਦ ਦਾ ਬਾਪ ਤਾਂ ਇੱਕ ਹੀ ਹੁੰਦਾ ਹੈ। ਬਾਬਾ ਕਹਿੰਦੇ ਵੀ ਦੁਨੀਆ ਵਿੱਚ ਵੀ ਬੇਹੱਦ ਦਾ ਬਾਪ ਤਾਂ ਇੱਕੋ ਹੁੰਦਾ ਹੈ। ਬੱਚੇ ਜਾਣਦੇ ਨੇ ਕਿ ਜਦੋਂ ਹੋਰ ਬੱਚੇ ਬਣਨਗੇ ਤਾਂ ਉਹਨਾਂ ਦੇ ਵੀ ਰੋਮਾਂਚ ਖੜੇ ਹੋਣਗੇ। ਵੀ ਜਿਸ ਤਰ੍ਹਾਂ ਆਪਾਂ ਨੂੰ ਖੁਸ਼ੀ ਹੋਈ ਹੈ ਭਗਵਾਨ ਨੂੰ ਮਿਲ ਕੇ, ਤੇ ਹੋਰ ਜਿਹੜੇ ਨਵੇਂ ਬੱਚੇ ਵੀ ਜਦੋਂ ਭਗਵਾਨ ਨੂੰ ਮਿਲਣਗੇ ਤਾਂ ਬਾਬਾ ਕਹਿੰਦੇ ਉਹਨਾਂ ਨੂੰ ਵੀ ਕਿੰਨੀ ਖੁਸ਼ੀ ਹੋਊਗੀ, ਹੈ ਨਾ। ਰੋਮਾਂਚ ਖੜੇ ਹੋ ਜਾਣਗੇ। ਤੁਸੀਂ ਜਾਣਦੇ ਹੋ ਕਿ ਸਾਡਾ ਰਾਜ੍य ਸੀ, ਫਿਰ ਅਸੀਂ ਰਾਜ੍य ਗਵਾਇਆ, ਹੁਣ ਫਿਰ ਰਾਜ੍य ਲੈਂਦੇ ਹਾਂ। ਭਾਰਤ ਵਾਸੀਆਂ ਦੇ ਲਈ ਇਹ ਖੁਸ਼ਖਬਰੀ ਹੈ। ਪਰੰਤੂ ਜਦੋਂ ਕਿ ਅੱਛੀ ਰੀਤੀ ਸੁਣਨ ਤੇ ਸਮਝਣ। ਵੀ ਹੈ ਤਾਂ ਖੁਸ਼ਖਬਰੀ, ਭਗਵਾਨ ਕਹਿੰਦੇ ਵੀ ਭਗਵਾਨ ਆਇਆ ਹੈ, ਪਰ ਬਾਬਾ ਕਹਿੰਦੇ ਜਦੋਂ ਚੰਗੀ ਤਰ੍ਹਾਂ ਸਮਝਣ, ਵੀ ਅੱਛੀ ਰੀਤੀ ਉਹਨਾਂ ਗੱਲਾਂ ਨੂੰ ਸੁਣਨ ਤੇ ਸਮਝਣ ਕਿ ਬਰੋਬਰ ਇਹ ਖੁਸ਼ੀ ਦੀ ਗੱਲ ਹੈ। ਕਲਪ ਕਲਪ ਬਾਪ ਆਉਂਦੇ ਹੈ। ਵੀ ਹਰ ਜਿਹੜਾ 5000 ਦਾ ਕਲਪ ਹੈ, ਹਰ ਕਲਪ ਜਦੋਂ ਪੂਰਾ ਹੁੰਦਾ ਹੈ ਤਾਂ ਸ਼ਿਵ ਬਾਬਾ ਆਉਂਦੇ ਹੈ। ਬਾਪ ਦਾ ਜਨਮ ਵੀ ਇੱਥੇ ਹੀ ਗਾਇਆ ਹੋਇਆ ਹੈ। ਤਿਉਹਾਰ ਵੀ ਜੋ ਨੇ ਸਭ ਇਸ ਸਮੇਂ ਦੇ ਨੇ। ਬਾਪ ਨੇ ਆ ਕੇ ਤੁਹਾਨੂੰ ਬਹੁਤ ਸਹਿਜ ਰਸਤਾ ਦੱਸਿਆ ਹੈ। ਮਨੁੱਸ਼ਿਆਂ ਨੂੰ ਤਾਂ ਅਨੇਕ ਪ੍ਰਕਾਰ ਦੇ ਗਮ ਹੈ। ਵੀ ਦੁਨੀਆ ਵਿੱਚ ਤਾਂ ਬਾਬਾ ਕਹਿੰਦੇ ਲੋਕਾਂ ਨੂੰ ਦੇਖੋ ਕਿਹੜੇ ਕਿਹੜੇ ਗਮ ਲੱਗੇ ਹੋਏ ਹੈ, ਦੁੱਖ ਲੱਗੇ ਹੋਏ ਹੈ।
ਇੱਥੇ ਤਾਂ ਇਸ ਗਿਆਨ ਦੀ ਖੁਸ਼ੀ ਵਿੱਚ ਉਹ ਗਮ ਦੁੱਖ ਆਦਿ ਸਭ ਛੁਪ ਜਾਂਦੇ ਨੇ। ਵੀ ਖੁਸ਼ੀ ਦੇ ਵਿੱਚ ਜਿਹੜੇ ਦੁੱਖ ਨੇ, ਕੋਈ ਗਮ ਨੇ, ਉਹ ਸਾਰੇ ਕੀ ਹੋ ਜਾਂਦੇ ਹੈ, ਛੁਪ ਜਾਂਦੇ ਨੇ ਜਾਂ ਖਤਮ ਹੋ ਜਾਂਦੇ ਨੇ। ਜਿਵੇਂ ਕੋਈ ਬਿਮਾਰ ਠੀਕ ਹੋਣ ਲੱਗਦਾ ਹੈ ਤਾਂ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਨਾ। ਬਿਮਾਰੀ ਆਦਿ ਦੁੱਖ ਦੀਆਂ ਗੱਲਾਂ ਜਿਵੇਂ ਕਿ ਭੁੱਲ ਜਾਂਦਾ ਹੈ। ਵੀ ਜਦੋਂ ਠੀਕ ਹੋ ਜਾਂਦਾ ਹੈ ਤਾਂ ਫਿਰ ਦੇਖੋ ਬਿਮਾਰੀ ਹੈ ਜਾਂ ਦੁੱਖ ਜਿਹੜਾ ਫੀਲ ਹੋਇਆ ਸੀ ਉਹ ਸਾਰਾ ਕੀ ਹੋ ਜਾਂਦਾ ਹੈ, ਭੁੱਲ ਜਾਂਦਾ ਹੈ ਨਾ, ਉਸ ਖੁਸ਼ੀ ਦੇ ਵਿੱਚ ਵੀ ਠੀਕ ਹੋਣ ਦੀ। ਪੀਅਰ ਘਰ, ਸਸੁਰ ਘਰ, ਮਿੱਤਰ ਸੰਬੰਧੀ ਆਦਿ ਸਭ ਖੁਸ਼ੀ ਵਿੱਚ ਆ ਜਾਂਦੇ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ ਸਾਰੇ ਵਿਸ਼ਵ ਦੇ ਮਾਲਿਕ ਸੀ। ਫਿਰ ਰਾਵਣ ਨੇ ਸ਼ਰਾਪ ਦਿੱਤਾ ਹੈ ਤਾਂ ਇਹ ਹੈ ਗਮ ਦੀ, ਦੁੱਖ ਦੀ ਦੁਨੀਆ। ਫਿਰ ਕੱਲ ਹੋਊਗੀ ਖੁਸ਼ੀ ਦੀ ਦੁਨੀਆ। ਵੀ ਇਹ ਗਮ ਦੀ ਦੁਨੀਆ ਹੈਗੀ ਹੈ, ਬਾਬਾ ਕਹਿੰਦੇ ਦੁੱਖ ਦੀ ਦੁਨੀਆ। ਫਿਰ ਕੱਲ ਕਿਹੜੀ ਹੋਊਗੀ, ਖੁਸ਼ੀ ਦੀ ਦੁਨੀਆ। ਖੁਸ਼ੀ ਦੀ ਦੁਨੀਆ ਯਾਦ ਰਹਿਣ ਨਾਲ ਗਮ ਦੁੱਖ ਆਦਿ ਸਭ ਭੁੱਲ ਜਾਂਦੇ ਨੇ। ਇਹ ਹੈ ਹੀ ਤਮੋ ਪ੍ਰਧਾਨ ਦੁਨੀਆ। ਭਿੰਨ ਭਿੰਨ ਪ੍ਰਕਾਰ ਦਾ ਕਰਮ ਭੋਗ ਹੈ। ਅਬਲਾਵਾਂ ਉੱਤੇ ਕਿੰਨੇ ਅਤਿਆਚਾਰ ਹੁੰਦੇ ਨੇ, ਅਨੇਕ ਪ੍ਰਕਾਰ ਦੇ ਵਿਘਨ ਪੈਂਦੇ ਹੈ। ਇਹਨਾਂ ਵਿਘਨਾਂ ਦੇ ਕਰਮ ਭੋਗ ਦੇ ਦਿਨ ਹੁਣ ਬਾਕੀ ਥੋੜਾ ਸਮਾਂ ਹੈ। ਵੀ ਜਿਹੜੇ ਕੋਈ ਕਰਮ ਭੋਗ ਹੈ, ਹਿਸਾਬ ਹੈ, ਕਿਤਾਬ ਹੈ, ਜਾਂ ਕੋਈ ਬੰਧਨ ਹੈ, ਬਾਬਾ ਕਹਿੰਦੇ ਇਹ ਹੁਣ ਕੀ ਹੈ, ਬਾਕੀ ਥੋੜੇ ਸਮੇਂ ਵਾਸਤੇ ਹੈ। ਬਾਪ ਧੀਰਜ ਦਿੰਦੇ ਹੈ ਕਿ ਬਾਕੀ ਥੋੜੇ ਰੋਜ਼ ਹੈ। ਕਲਪ ਪਹਿਲੇ ਵੀ ਹੋਇਆ ਸੀ। ਕਰਮ ਭੋਗ ਦਾ ਹਿਸਾਬ ਕਿਤਾਬ ਚੁੱਕੂ ਹੁੰਦਾ ਹੈ। ਖੁਸ਼ੀ ਵਿੱਚ ਇਹ ਸਭ ਮਰਜ ਹੋ ਜਾਣਗੇ। ਵੀ ਖੁਸ਼ੀ ਦੇ ਵਿੱਚ ਇਹ ਸਾਰੇ ਦੁੱਖ ਤੇ ਗਮ ਕੀ ਹੋ ਜਾਣਗੇ, ਭੁੱਲ ਜਾਵਾਂਗੇ। ਬਸ ਬਾਪ ਤੇ ਵਰਸੇ ਨੂੰ ਯਾਦ ਕਰਦੇ ਰਹੋ। ਉਲਟਾ ਸੁਲਟਾ ਕੋਈ ਵੀ ਕੰਮ ਨਾ ਕਰੋ, ਨਹੀਂ ਤਾਂ और ही दंड पै जाऊगा, पद भ्रष्ट हो जाऊगा। ਬੱਚਿਆਂ ਦਾ ਕੰਮ ਹੈ ਇੱਕ ਬਾਪ ਨੂੰ ਯਾਦ ਕਰਨਾ। ਬਾਪ ਕਹਿੰਦੇ ਨੇ ਕਿ ਮੈਨੂੰ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ। ਹਿਸਾਬ ਕਿਤਾਬ ਚੁਕਤੂ ਹੋ ਜਾਏਗਾ। ਬਾਕੀ ਥੋੜਾ समय है। ਵੀ ਹਾਂ ਹਿਸਾਬ ਕਿਤਾਬ ਕੀ ਹੋ ਜਾਣਗੇ, ਚੁਕਤੂ ਹੋ ਜਾਣਗੇ ਤੇ ਬਾਕੀ ਕੀ ਹੈ, ਥੋੜਾ समय ਹੈ। ਹਿਸਾਬ ਕਿਤਾਬ ਚੁਕਤੂ ਕਰਦੇ ਜਾਓ ਕਿਉਂਕਿ ਤੁਸੀਂ ਹੋ ਅੰਧਿਆਂ ਦੀ ਲਾਠੀ। ਤੁਸੀਂ ਵੀ ਯਾਦ ਕਰੋ ਤੇ ਦੂਜਿਆਂ ਨੂੰ ਵੀ ਰਸਤਾ ਦੱਸੋ। ਵਿਘਨ ਤਾਂ ਬਹੁਤ ਆਣਗੇ। ਮਨ ਬਾਬਾ ਕਹਿੰਦੇ ਜਿੰਨਾ ਹੋ ਸਕੇ ਸਾਰਿਆਂ ਨੂੰ ਇਹ ਸਮਝਾਉਂਦੇ ਰਹੋ ਕਿ ਬਾਪ ਨੂੰ ਯਾਦ ਕਰੋ। ਅਕਸ਼ਰ ਵੀ ਨਾਮੀ ਗ੍ਰਾਮੀ ਹੈ। ਵੀ ਅਕਸ਼ਰ ਵੀ ਨਾਮੀ ਗ੍ਰਾਮੀ ਹੈ। ਮਨ ਮਨਾ ਭਵ ਕਿ ਮਨ ਹੀ ਮਨ शिव बाबा ਨੂੰ याद करो। अर्थात हे आत्माएं मामे कम याद करो ਤਾਂ ਤੁਹਾਡੇ ਪਾਸਟ ਦੇ ਵਿਕਰਮ ਭਸਮ ਹੋ ਜਾਣਗੇ। ਬਾਬਾ ਕਹਿੰਦੇ ਵੀ हे ਆਤਮਾਵਾਂ ਵੀ ਤੁਸੀਂ ਮੈਨੂੰ ਯਾਦ ਕਰੋ ਤਾਂ ਜਿਹੜੇ ਪਿਛਲੇ ਕਰਮ ਹੈ ਉਹ ਸਾਰੇ ਕੀ ਹੋ ਜਾਣਗੇ, ਭਸਮ ਹੋ ਜਾਣਗੇ। ਇਸ ਵਿੱਚ ਮੁੱਝਣ ਦੀ, ਇਸ ਵਿੱਚ ਵੀ ਉਲਝਣ ਦੀ ਕੋਈ ਗੱਲ ਨਹੀਂ ਹੈਗੀ। ਸਿਰਫ ਬਾਪ ਨੂੰ ਯਾਦ ਕਰੋ ਤਾਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਜਾਓਗੇ। ਤੁਸੀਂ ਜਾਣਦੇ ਹੋ ਕਿ ਅਸੀਂ 84 ਦਾ ਚੱਕਰ ਲਗਾਇਆ ਹੈ। ਤੁਸੀਂ ਕੀ ਜਾਣਦੇ ਹੋ ਕਿ ਅਸੀਂ ਹੁਣ ਕੀ ਹੈ, 84 ਦਾ ਚੱਕਰ ਲਗਾਇਆ। ਚੱਕਰ ਲਗਾਉਂਦੇ ਆਏ ਆ ਤੇ ਲਗਾਉਂਦੇ ਰਵਾਂਗੇ। ਚੱਕਰ ਲਗਾਇਆ ਵੀ ਹੈ ਤੇ ਬਾਬਾ ਕਹਿੰਦੇ ਲਗਾਉਂਦੇ ਵੀ ਰਵਾਂਗੇ ਵੀ ਹਰ 5000 ਦਾ। ਇਹ ਹੈ ਪੁਰਾਣੀ ਦੁਨੀਆ, ਪੁਰਾਣਾ ਚੋਲਾ, ਇਹਨੂੰ ਭੁੱਲ ਜਾਣਾ ਹੈ। ਇਹ ਹੈ ਆਤਮਾਵਾਂ ਦਾ ਬੇਹੱਦ ਦਾ ਸੰਨਿਆਸ। ਉਹਨਾਂ ਦਾ ਹੈ ਹੱਦ ਦਾ ਸੰਨਿਆਸ, ਘਰ-ਬਾਰ ਛੱਡ ਜਾਂਦੇ ਨੇ। ਉਹਨਾਂ ਦਾ ਵੀ ਡਰਾਮਾ ਵਿੱਚ ਪਾਰਟ ਹੈ। ਫਿਰ ਵੀ ਇਸ ਤਰ੍ਹਾਂ ਹੀ ਹੋਊਗਾ। ਸੈਕਿੰਡ ਸੈਕਿੰਡ ਜੋ ਕੁਝ ਹੋਇਆ ਸੋ ਡਰਾਮਾ, ਫਿਰ ਉਹੀ ਡਰਾਮਾ ਰਿਪੀਟ ਹੋਊਗਾ। ਸ਼ਾਸਤਰ ਸਾਰੇ ਹੈ ਭਗਤੀ ਮਾਰਗ ਦੇ ਪੁਸਤਕ। ਸਾਰੇ ਸ਼ਾਸਤਰ ਕੀ ਹੈ, ਬਾਬਾ ਕਹਿੰਦੇ ਭਗਤੀ ਮਾਰਗ ਦੇ ਪੁਸਤਕ ਹੈ, ਕਿਤਾਬਾਂ ਹੈ।
ਭਗਤੀ ਤੋਂ ਬਾਅਦ ਹੈ ਗਿਆਨ। ਇਸ ਸੀੜੀ ਦੇ ਚਿੱਤਰ ਉੱਤੇ ਕਿਸ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਮੁੱਖ ਜਿਹੜੇ ਚਿੱਤਰ ਹੈ ਉਹ ਆਪਣੇ ਘਰ ਵਿੱਚ ਰੱਖ ਸਕਦੇ ਹੋ। ਤ੍ਰਿਮੂਰਤੀ ਵੀ ਬਾਬਾ ਕਹਿੰਦੇ ਬੜਾ ਕਲੀਅਰ ਹੈ। ਉੱਪਰ ਵਿੱਚ ਸ਼ਿਵ ਹੈ, ਬ੍ਰਹਮਾ ਵਿਸ਼ਨੂੰ ਸ਼ੰਕਰ ਵੀ ਹੈ, ਤਾਂ ਸੂਖਸ਼ਮ ਵਤਨ ਵਾਸੀ, ਫਿਰ ਊਂਚ ਤੇ ਊਂਚ ਹੈ ਭਗਵਾਨ। ਬੱਚੇ ਵੀ ਸਮਝਦੇ ਨੇ ਕਿ ਜਿੱਥੇ ਬਾਪ ਰਹਿੰਦੇ ਹੈ ਉੱਥੇ ਹੀ ਅਸੀਂ ਆਤਮਾਵਾਂ ਦੇ ਰਹਿਣ ਦਾ ਸਥਾਨ ਹੈ। ਵੀ ਜਿੱਥੇ ਸ਼ਿਵ ਬਾਬਾ ਰਹਿੰਦੇ ਹੈ ਉਹੀ ਸਾਡਾ ਕੀ ਹੈ, ਰਹਿਣ ਦਾ ਸਥਾਨ ਹੈ। ਜਿਹਨੂੰ ਬਾਬਾ ਕਹਿੰਦੇ ਨਿਰਵਾਣ ਧਾਮ ਜਾਂ ਫਿਰ ਵਾਨੀ ਤੋਂ ਪਰੇ ਜਾਂ ਸ਼ਾਂਤੀ ਧਾਮ ਕਿਹਾ ਜਾਂਦਾ ਹੈ। ਉਹ ਸ਼ਾਂਤੀ ਧਾਮ ਫਿਰ ਹੈ ਸੁਖ ਤੇ ਸ਼ਾਂਤੀ ਸੰਪਤੀ ਧਾਮ, ਫਿਰ ਹੁੰਦਾ ਹੈ ਦੁੱਖ ਤੇ ਅਸ਼ਾਂਤੀ ਧਾਮ। ਸੁਖ ਧਾਮ ਵਿੱਚ ਤਾਂ ਕਾਰਨ ਦੇ ਖਜ਼ਾਨੇ ਹੁੰਦੇ ਹੈ। ਵੀ ਸਤਯੁਗ ਵਿੱਚ ਕੀ ਹੋਣਗੇ ਬਾਬਾ ਕਹਿੰਦੇ, ਕਾਰਨ ਦੇ ਖਜ਼ਾਨੇ। ਅਥਾ ਅੱਜ ਕੀ ਹੈ, ਕੱਲ ਕੀ ਹੋਏਗਾ। ਅੱਜ ਕਲਯੁਗ ਦਾ ਅੰਤ ਤੇ ਕੱਲ ਹੋਊਗਾ ਸਤਯੁਗ ਦਾ ਆਦਿ। ਰਾਤ ਦਿਨ ਦਾ ਫਰਕ ਹੈ ਨਾ। ਕਹਿੰਦੇ ਵੀ ਆ ਕਿ ਬ੍ਰਹਮਾ ਤੇ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣਾਂ ਦਾ ਦਿਨ ਤੇ ਫਿਰ ਰਾਤ। ਦਿਨ ਵਿੱਚ ਹੈ ਦੇਵਤਾ ਤੇ ਰਾਤ ਵਿੱਚ ਹੈ ਸ਼ੂਦਰ, ਵਿੱਚੋਂ ਤੁਸੀਂ ਬ੍ਰਾਹਮਣ। ਇਸ ਸੰਗਮ ਯੁੱਗ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਮਨੁष्य ਤਾਂ ਬਿਲਕੁਲ ਹੀ ਘੋਰ ਅੰਧਿਆਰੇ ਵਿੱਚ ਹੈ। ਮਨੁष्य ਕੀ ਹੈ ਬਾਬਾ ਕਹਿੰਦੇ, ਬਿਲਕੁਲ ਹੀ ਘੋਰ ਅੰਧਿਆਰੇ ਵਿੱਚ ਹੈ। ਤਾਂ ਘੋਰ ਸੋਜਰੇ ਵਿੱਚ ਲੈ ਆਣਾ ਤੁਸੀਂ ਬੱਚਿਆਂ ਦਾ ਫਰਜ਼ ਹੈ। ਹੁਣ ਸਾਹਮਣੇ ਉਹੀ ਮਹਾਭਾਰਤ ਲੜਾਈ ਹੈ, ਗਾਇਆ ਵੀ ਹੋਇਆ ਹੈ। ਵਿਨਾਸ਼ ਕਾਲੇ ਵਪਰੀਤ ਬੁੱਧੀ ਵਿਨਸ਼ਤੀ। ਵੀ ਕੀ ਗਾਇਆ ਹੋਇਆ ਹੈ, ਵਿਨਾਸ਼ ਕਾਲੇ ਵਪਰੀਤ ਬੁੱਧੀ ਵਿਨਸ਼ਤੀ। ਵਿਨਾਸ਼ ਕਾਲੇ ਫਿਰ ਪ੍ਰੀਤ ਬੁੱਧੀ ਵਿਜਯੰਤੀ। ਵੀ ਜਿਨ੍ਹਾਂ ਦੀ ਭਗਵਾਨ ਨਾਲ ਪ੍ਰੀਤ ਹੋਊਗੀ ਉਹਨਾਂ ਦੀ ਵਿਜੇ ਹੋ ਜੂਗੀ, ਤੇ ਜਿਨ੍ਹਾਂ ਦੀ ਵਿਨਾਸ਼ ਕਾਲੇ ਭਗਵਾਨ ਤੋਂ ਵਪਰੀਤ ਬੁੱਧੀ ਹੋਊਗੀ ਉਹਨਾਂ ਦਾ ਵਿਨਾਸ਼ ਹੋਊਗਾ। ਤੁਸੀਂ ਬੱਚੇ ਜਾਣਦੇ ਹੋ ਕਿ ਬਾਬਾ ਸਾਨੂੰ ਰਾਜਾਈ ਦੇਣ ਆਇਆ ਹੈ। ਸਾਡੀ ਰਾਜਾਈ ਕੋਈ ਖੋ ਨਾ ਸਕੇ। ਵੀ ਸਾਡੀ ਜਿਹੜੀ ਰਜਾਈ ਹੈ ਸਤਿਯੁਗ ਦੀ, ਵੀ ਉਹ ਸਾਡੇ ਤੋਂ ਕੋਈ ਖੋ ਨਾ ਸਕੇ, ਵੀ ਸਾਡੇ ਤੋਂ ਕੋਈ ਛੀਨ ਨਾ ਸਕੇ। ਰਾਵਣ ਦੀ ਪ੍ਰਵੇਸ਼ਤਾ ਤਾਂ ਹੁੰਦੀ ਹੈ ਦੁਆਪਰ ਤੋਂ। ਰਾਵਣ ਨੇ ਸਾਡੀ ਰਾਜਾਈ ਖੋ ਲਈ। ਜਦੋਂ ਰਾਵਣ ਆਇਆ ਤਾਂ ਉਹਨੇ ਕੀ ਕੀਤਾ, ਸਾਡੇ ਤੋਂ ਸਾਡੀ ਰਾਜਾਈ ਖੋ ਲਈ। ਜਿਹਨੂੰ ਦੁਸ਼ਮਣ ਹੀ ਸਮਝੋ, ਕਿਉਂਕਿ ਦੁਸ਼ਮਣ ਦਾ ਹੀ ਐਫਜੀ ਬਣਾ ਕੇ ਚਲਾਉਂਦੇ ਆ, ਤਾਂ ਇਹ ਬਹੁਤ ਪੁਰਾਣਾ ਦੁਸ਼ਮਣ ਹੈ। ਰਾਵਣ ਕੀ ਹੈ, ਸਾਡਾ ਬਹੁਤ ਪੁਰਾਣਾ ਦੁਸ਼ਮਣ ਹੈ। ਕਹਿੰਦੇ ਵੀ ਹੈ ਨਾ ਕਿ ਰਾਵਣ ਰਾਜੇ ਪਰੰਤੂ ਕਿਸ ਦੀ ਬੁੱਧੀ ਵਿੱਚ ਨਹੀਂ ਆਉਂਦਾ। ਤਾਂ ਘੋਰ ਅੰਧਿਆਰਾ ਕਹਿੰਦੇ ਆ, ਬੇਹੱਦ ਦਾ ਬਾਪ ਹੈ ਨੌਲੇਜਫੁਲ। ਉਹਨੂੰ ਗਿਆਨ ਦਾ ਦਾਤਾ, ਦਿਵਯ ਚਕਸ਼ੂ ਵਿਧਾਤਾ ਕਿਹਾ ਜਾਂਦਾ ਹੈ। ਹੁਣ ਤੁਸੀਂ ਆਤਮਾਵਾਂ ਨੂੰ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ। ਅੱਗੇ ਤਾਂ ਕੁਛ ਵੀ ਨਹੀਂ ਜਾਣਦੇ ਸੀ। ਬਾਬਾ ਕਹਿੰਦੇ ਹੁਣ ਤੁਹਾਨੂੰ ਤਾਂ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ ਨਾ। ਬਾਬਾ ਨੇ ਆ ਕੇ ਕਿੰਨੀ ਨੌਲੇਜ ਦਿੱਤੀ ਹੈ। ਅੱਗੇ ਤਾਂ ਕੁਛ ਵੀ ਨਹੀਂ ਜਾਣਦੇ ਸੀ, ਹੁਣ ਤਾਂ ਸਭ ਜਾਣ ਗਏ ਹੋ ਕਿ ਬਾਪ ਹੀ ਗਿਆਨ ਦਾ ਸਾਗਰ ਹੈ। ਤਾਂ ਜ਼ਰੂਰ ਗਿਆਨ ਹੀ ਸੁਣਾਣਗੇ। ਗਿਆਨ ਸੁਣਾਉਣ ਬਗੈਰ ਸਿੱਧ ਕਿਵੇਂ ਹੋਵੇ ਕਿ ਉਹ ਗਿਆਨ ਦਾ ਸਾਗਰ ਹੈ। ਤੁਸੀਂ ਦੇਖਦੇ ਹੋ ਕਿ ਬਾਪ ਗਿਆਨ ਸੁਣਾਉਂਦੇ ਹੈ, ਜਿਸ ਗਿਆਨ ਨਾਲ ਫਿਰ ਅੱਧਾ ਕਲਪ ਸਦਗਤੀ ਹੋ ਜਾਂਦੀ ਹੈ। ਵੀ ਭਗਵਾਨ ਆ ਕੇ ਸਾਨੂੰ ਜਿਹੜਾ ਗਿਆਨ ਸੁਣਾਉਂਦੇ ਹੈ ਉਸ ਗਿਆਨ ਨਾਲ ਕੀ ਹੋ ਜਾਂਦੀ ਹੈ, ਸਦਗਤੀ। ਤੇ ਉਹ ਵੀ 2500 ਵਰਸ਼, ਅੱਧਾ ਕਲਪ। ਭਗਤੀ ਨੂੰ ਵੀ ਅੱਧਾ ਕਲਪ, ਭਗਤੀ ਵੀ ਬਾਬਾ ਕਹਿੰਦੇ ਅੱਧਾ ਕਲਪ ਚੱਲਦੀ ਹੈ। ਗਿਆਨ ਨਾਲ ਸਦਗਤੀ ਸੰਗਮ ਤੇ ਹੀ ਹੁੰਦੀ ਹੈ। ਕੋਈ ਵੀ ਗੱਲ ਬੱਚਿਆਂ ਤੋਂ ਕਦੇ ਛਿਪ ਨਹੀਂ ਸਕਦੀ। ਵੀ ਘਰ ਵਿੱਚ ਦੇਖੋ, ਜਿਵੇਂ ਬੱਚਿਆਂ ਤੋਂ ਆਪਾਂ ਕੋਈ ਗੱਲ ਛਿਪਾ ਕੇ ਨਹੀਂ ਰੱਖਦੇ ਗੇ, ਹਨਾ, ਉਸੇ ਤਰ੍ਹਾਂ ਭਗਵਾਨ ਵੀ ਸਾਡੇ ਤੋਂ ਗਿਆਨ ਦੀ ਕੋਈ ਵੀ ਗੱਲ ਹੈ ਵੀ ਉਹ ਛਿਪਾ ਕੇ ਨਹੀਂ ਰੱਖਦਾ। ਭਗਵਾਨ ਨੇ ਆਪਦਾ ਸਾਰਾ ਗਿਆਨ ਹੈ ਉਹ ਬੱਚਿਆਂ ਦੇ ਅੱਗੇ ਖੋਲਤਾ।
बाप कहते है कोई भी बुरा काम हो जावे तो झट दसो, बाबा नूं दसो। बाबा जानते है कि कईयां तो बुरे कर्म हुंदे रहिंदे है। रावण दा राज्य है ना, माया चमाट मारदी है, बहुत छिपांदे है, परंतु छिपांदे है बहुत। बाबा कहते कोई भी भुल हो जाती है तो फौरन दसन नाल अगे दे वास्ते युक्ति मिल जाती है। भी अगर आप फौरन आपकी गलती दसदे हाँ तो अगे वास्ते की मिल जाती है, युक्ति मिल जाती है। नहीं तो वृद्धि हुंदी जाएगी। काम महाशत्रु है। बाबा नूं लिखदे है बाबा माया का बहुत ओपोजिशन हुंदा है, सदैव तक किसका योग नहीं रहिंदा। जो माया तो बच सके, दे अभिमान भी बहुत आंदा है। बहुत ने जो माया दे थप्पड़ खांदे ने। बाबा दे कोल समाचार तां सारिया तरफ तो आंदे रहिंदे है। अखबारां आदि विच भी उल्टा सुलटा किन्ना बाबा कहते कि पा दिंदे है, भी अखबारां विच भी किन्ना उल्टा सुलटा लिख दिंदे है। अज कल मनुष्य गल्लां भी किन्नियां बना दिंदे है, तमो प्रधान है ना। व्यास भी जदों रजो बुद्धि सी तां की गल्लां बैठ लिखियां। बाप बच्चियां नूं समझांदे है कि सुनी सुनाई गल्लां ते कदे भी विश्वास ना करो। फलाने ने यह किया, यह किता, मत्था ही फिर जाता है। भी किसी नूं सुना के ओदियां गल्लां भी फलाना ऐ कहंदा है, वो कहंदा है, ऐ करदा है, बाबा कहंदे मत्था ही खराब कर दिंदे है ना। तो फिर पाप दे भागीदार बन गए। कित्थे भुगतांगे ਉਹਦੇ पाप। ਜਿਹੜਾ कि ਆਪਾਂ ਕਿਸੇ ਦੇ ਬਾਰੇ ਕਹਿ ਕੇ ਤੇ ਕਿਸੇ ਦਾ ਮੱਥਾ ਹੀ ਖਰਾਬ ਕਰ ਦਿੰਨੇ ਆ, ਉਹਦਾ ਮਨ ਹੀ ਬਦਲ ਦਿੰਨੇ ਆ। ਤਾਂ ਬਾਬਾ ਕਹਿੰਦੇ ਵੀ समझते ही नहीं कि तमो प्रधान दुनिया है। माया गिरान दी बहुत कोशिश करूगी। कोई तो झूठ मूठ गल्लां सुना के एक कन्न तो सुन दूजे कन्न तो कढ़ दो। औरां नूं भी यही पैगाम दिंदे रहो। बाप कहते हैं मैं पैगाम ले आया हाँ, तो हुण हे आत्माएं श्री मत उत्ते चलो। भी बाबा कहते भी मैं तुहाडे वास्ते पैगाम लैके आए हैं, तो हे आत्मावां भी हुण तुसीं श्री मत उत्ते चलो, साडा पैगाम सुनो। सिर्फ मामेकम याद करो, जो करूगा सो आपदा ही कल्याण करूगा। याद आत्मा ने करना है, भुल्ली भी आत्मा है। तो हुण बाप दी श्री मत मिलती है। इस विच आशीर्वाद ते रहम आदि कुछ भी नहीं मंगना है, सिर्फ बाप नूं याद करना है। और कोई गल पुछन करन दी दरकार नहीं है। सृष्टि दा चक्कर किवें फिरदा है यह भी सुनिया। इस विच खिट बाबा कहंदे इस विच खिट खिट दी कोई गल नहीं। घोर अंधियारे विच बाप आंदे है, ऐसे लई शिवरात्रि मनांदे हां। कृष्ण दा भी जन्म रात्रि दा मनांदे आ, भी भगवान की शिवरात्रि मनाने ते कृष्ण की जन्म रात्रि मनाने। खीर पूरी आदि मंदिरां विच बनती है, रात नूं बनती है खीर पूरी। खीर पूरी तो नहीं बनाते गे, उधर भावें बनाते हो मथुरा बन्नी, क्योंकि उधर ज़्यादा कृष्ण जन्माष्टमी बनाते हैं ना। उधर तो 36 प्रकार के भोग लगते हैं कृष्ण नूं। ਤਾਂ ਬਾਬਾ ਕਹਿੰਦੇ कि ਹੁਣ शिव ਦੇ ਲਈ ਕੀ ਮਨਾਵਾਂਗੇ। कृष्ण वास्ते ਤਾਂ खीर पूरी बनाते हैं ਤੇ शिव ਦੇ वास्ते की बनावांगे। ਉਹ ਤਾਂ है ही निराकार, किसी ਨੂੰ पता ही नहीं है। बाबा किस घड़ी आते है ते किवें चले जाते है। सदैव तो सवारी नहीं करते, आणगे ते चले जाणगे। हुण तुसीं जानते हो कि असीं शिव बाबा दे पोतरे हाँ, ਤਾਂ ਵਰਸਾ ਉਹਨਾਂ ਤੋਂ ਮਿਲਦਾ ਹੈ। ਬ੍ਰਹਮਾ ਨੂੰ ਵੀ ਵਰਸਾ ਉਹਨਾਂ ਤੋਂ ਮਿਲਦਾ ਹੈ। ਇਹ ਵੀ ਮਨੁष्य ਹੈ ਨਾ। ਸਦਗਤੀ ਵਿੱਚ ਪਹਿਲਾ ਨੰਬਰ ਹੈ ਸ਼੍ਰੀ ਕ੍ਰਿਸ਼ਨ। ਇਹ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਸ਼੍ਰੀ ਕ੍ਰਿਸ਼ਨ ਨੂੰ ਦੇਖੋ ਸਾਰੇ ਪਿਆਰ ਕਰਦੇ ਹੈ, ਵੀ ਸਾਰਿਆਂ ਨੂੰ ਪਿਆਰਾ ਲੱਗਦਾ ਹੈ, ਕਿਉਂਕਿ ਸਤੋ ਪ੍ਰਧਾਨ ਬਾਲ ਅਵਸਥਾ ਹੈ ਨਾ। ਥੋੜਾ ਵੱਡਾ ਹੁੰਦਾ ਹੈ ਤਾਂ ਉਹਨੂੰ ਸਤੋ ਕਿਹਾ ਜਾਂਦਾ ਹੈ। फिर सतो रजो तमो
श्री कृष्ण राधे ही फिर लक्ष्मी नारायण बनते ने। जिन्हों बाप ने ज्ञान दिता है उन्हों ही देणगे। भारत विच ही देवी देवता होके गए है तो मंदिर भी भारत विच बहुत बने हैं। क्रिश्चन भी चर्च, बाबा कहते क्रिश्चन दी चर्च विच क्राइस्ट ही क्राइस्ट देखणगे। देवतावां दे किन्ने ढेर मंदिर है। बाप आए ने सानू मनुष्य तो देवता बनाउण, अर्थात भारत नू स्वर्ग बनाउण। असी बाप नू याद कर पावन बन रहे हाँ। बाप दे नाल असी भी भारत नू स्वर्ग बनांदे हाँ। जिवें असी बाप दे नाल आए हाँ। भगती मार्ग विच देवतावां दे मंदिर मूर्तियां आदि ते किन्ना खर्चा कर बनांदे है। उत्पत्ति कर, पालना कर, फिर विनाश कर देंदे। भी भगती मार्ग विच की करदे है भी देवी देवतियां दी मूर्ति बनांदे है ना, स्थापना करते हैं, फिर उन्होंने खुआते पियाते 8 दिन घरे भोग लाते रहते हैं तो फिर बाद दे विच जाके डूब जा हाँ। बाबा कहते नदी च जाके डबो देंदे है। 9वें रोज अंदर ही डबो देंदे है भी 9 दिनों तो बाद उन्होंने जाके डबो देंदे है। बहुत उहदे विच प्रेम हुंदा है भी बहुत भी उहदे नाल की हुंदा है, प्रेम हुंदा है। नवरात्रे कलकत्ते विच बहुत मनाते हैं। इन्हां सारियां गल्लां हुण वंडर लगदा है भी हुण ये सारियां गल्लां सुन के की लगदा है भी वंडर लगदा है। अगे दा असी भी पाठधारी सी, करोड़ों रुपया खर्चा करदे सी, किन्नी अंधश्रद्धा सी। रामायण नाल किन्ना प्यार हुंदा है। गल्लां सुन के अखां विच आंसू आ जांदे ने भी रामायण जदों सुनते हैं सीता हरण हो जाता है तो फिर सुन के की आंदे अखां विचों आंसू आंदे है। यह सब है भगती मार्ग, इस नाल फायदा कुछ भी नहीं है। बाबा हुण सानू किन्ना समझदार बनांदे ने तां यह सब सुन के इत्थे दी इत्थे भुल ना जाओ, सारियां गल्लां याद करो, पूरा रिफ्रैश होके जाओ, आपदे नू आत्मा समझ दे सहित जो कुछ देखते हो सब भुल जाओ। यह सब कब्रिस्तान है। दिल्ली विच बिड़ला मंदिर विच लिखिया होया है कि भारत परिस्थान से। दिल्ली का जिहड़ा बिड़ला मंदिर है दिल्ली के अंदर उहदे विच लिखिया होया है कि भारत किसी स्वर्ग से जो कि धर्मराज ने स्थापन किया सी। हुण तुसी बच्चे जानते हो कि ये दुनिया कब्रिस्तान बननी है। ये दुनिया हुण की बननी है, कब्रिस्तान बननी है। बाप कहते हैं सारे काम चिता ते बैठ एकदम जल मरे ने। क्रोध चिता नहीं कही जाती, काम चिता कहा जाता है। इस विच भी हल्का नशा ते सैमी नशा भी हुंदा है। बच्चियां नूं ही बाप बैठ समझाते ने। घर विच अगर कोई कपूत बच्चा होएगा तो कहेगा ना यह बाप दी आबरू गवांदे ने, बाप दी इज्जत जाती है। बेहद दा बाप भी कहते हैं कि तुसी आपदा काला मूँह किता तां ब्राह्मण कुलभूषण जो देवता बनते ने उन्हां दा नाम बदनाम करते हैं। तुसी बच्चे जानते हो कि असी पवित्रता की ताकत नाल भारत नूं फिर तो श्रेष्ठाचारी देवता बनाते हाँ। तो साडे लई तां बाबा कहते जिवें कि कॉमन गल है, तुहाडे लई की यह कॉमन गल है। देखदे हो महाभारत लड़ाई सामने खड़ी है, इस विच ही स्वर्ग दे गेट खुलते हैं। शास्त्रा विच महाभारत लड़ाई दिखाई है, उस तो बाद की होया वो नहीं दिखाया। कह दिंदे है परले हो गई। हुण कृष्ण दा एक तरफ तां माता दे गर्भ च जन्म दिखाया है, दूसरी तरफ फिर कह देंगे कि पिपल दे पत्ते ते अंगूठा चूसदा आया। कुछ भी समझते नहीं। एक तरफ तो उन्होंने दिखाता भी देवकी ने जन्म दिता है ना जेल च, एक तरफ दिखा देंगे भी सागर दे विच अंगूठा चूसदा आया। भी की सही है, ये गल कुछ पता ही नहीं गा। उत्थे तां बाबा कहते गर्भ मैल हुंदा है, बड़े विश्राम नाल बच्चे का जन्म हुंदा है।
बाकी सागर विच थोड़ा ही कोई पत्ता हो सकता है भी तैरदा होया आया। ਇਹ ਤਾਂ ਬਾਬਾ ਕਹਿੰਦੇ ਕਿ ਇੰਪੋਸੀਬਲ ਗੱਲਾਂ ਨੇ, ਵੀ ਅਸੰਭਵ ਗੱਲਾਂ ਨੇ, ਵੀ ਜਿਹਦਾ ਕੋਈ ਅਰਥ ਹੀ ਨਹੀਂ ਨਿਕਲਦਾਗਾ, ਹੈ ਨਾ। ਹੁਣ ਇਹ ਸਭ ਡਰਾਮਾ ਬਣਿਆ ਹੋਇਆ ਹੈ ਜਿਹਨੂੰ ਤੁਸੀਂ ਜਾਣਦੇ ਹੋ। ਕਲਪ ਕਲਪ ਐਸੀ ਤਰ੍ਹਾਂ ਹੀ ਹੋਏਗਾ। ਤਾਂ ਹੁਣ ਬੱਚਿਆਂ ਨੂੰ ਆਪਦਾ ਕਲਿਆਣ ਕਰਨਾ ਹੈ ਤਾਂ ਦੂਜਿਆਂ ਦਾ ਵੀ ਕਲਿਆਣ ਕਰਨਾ ਹੈ। ਮੂਲ ਗੱਲ ਹੈ ਹੀ ਇਹ। ਬਾਪ ਤਾਂ ਸਵਰਗ ਦਾ ਰਚੀਤਾ ਹੈ, ਉਹਨੂੰ ਕਿਹਾ ਜਾਂਦਾ ਹੈ ਹੈਵਨਲੀ ਗੋਡਫਾਦਰ। ਤਾਂ ਫਿਰ ਅਸੀਂ ਬੱਚੇ ਸਵਰਗ ਦੇ ਮਾਲਿਕ ਹੋਣੇ ਚਾਹੀਦੇ ਹਾਂ। शिव जयंती भी भारत विच मनाते हैं तो जरूर भारत नूं कुछ दिता होएगा। हुण तुहानूं स्वर्ग दी बादशाही दिंदे है, भी शिव जयंती मनाते हैं तो भगवान ने सानूं की दिता? स्वर्ग दी बादशाही दिती है। बाप है ही सदगति दाता, ज्ञान दा सागर, नॉलेज बाप ही आके दिंदे है। हुण बाप तुहानूं नॉलेज दे रहे हैं, 5000 वर्ष बाद फिर इत्थे ही आएंगे। तो बच्चों नूं निश्चय है कि जो जो इस ब्राह्मण कुल दे होणगे वो आंदे रहणगे। अच्छा, मीठे मीठे सिक्की लदे बच्चों प्रति माता पिता बाप दादा दा याद प्यार ते गुड मॉर्निंग। रूहानी बाप दी रूहानी बच्चों नूं नमस्ते। रूहानी बच्चों दी रूहानी बाप दादा जी नूं याद प्यार गुड मॉर्निंग ते नमस्ते। शुक्रिया बाबा, शुक्रिया। धारणा लई मुख्य सार है। पहला है श्री मत उत्ते आपदा ते दूजियां दा कल्याण करना। श्री मत उत्ते की है? आपदा भी ते दूजियां दा भी कल्याण करना है। कोई कुछ झूठी गल्लां सुनावे ਤਾਂ सुनी अनसुनी कर देनी है, उस उत्ते बिगड़ना नहीं। भी कोई तुहानूं झूठियां गल्लां सुनावे तो सुनी उहनूं अनसुनी कर देना है, उस उत्ते बिगड़ना नहीं भी मेरे बारे क्यों कहता उन्हें। दूजा, कदे भी देवता बनन वाले ब्राह्मण कुल भूषणा का नाम बदनाम ना होवे, इसका ध्यान रखना है। कोई उल्टा कर्म कदे नहीं करना है, पिछले हिसाब किताब चुकतू करना। वरदान है निंदा स्तुति जय पराजय विच समान स्थिति रखन वाले बाप समान संपन्न ते संपूर्ण। निंदा स्तुति जय पराजय विच समान स्थिति रखन वाले बाप समान संपन्न ते संपूर्ण भाव। जदों आत्मा दी संपूर्ण ते संपन्न स्थिति बन जाती है तो निंदा स्तुति जय पराजय सुख दुख सारियां विच समानता रहिंदी है। भी जदों आत्मा दी संपूर्ण ते संपन्न स्थिति बन जाती है तो कोई निंदा करे स्तुति करे जय पराजय सुख दुख सारियां विच समानता रहिंदी है। दुख विच भी सूरत ते मस्तक पर दुख दी लहर दी बजाय सुख ते हर्ष दी लहर दिखाई दे। दुख विच भी सूरत ते मस्तक विच दुख दी लहर दी बजाय सुख ते हर्ष दी, सुख ते हर्ष मना खुशी दी लहर दिखाई दे। निंदा सुनदे भी अनुभव होवे कि यह निंदा नहीं, संपूर्ण स्थिति नूं परिपक्व करन दे लई यह महिमा योग्य शब्द है। निंदा करदे भी की होवे, ये बाबा कहंदे भी निंदा सुनदे भी अनुभव होवे भी ये निंदा नहीं हैगी। ये तो संपूर्ण स्थिति नूं परिपक्व करन दे लई महिमा योग्य शब्द है। एहो जी समानता रहे तब कवांगे बाप समान। जरा भी वृत्ति विच यह ना आए कि यह दुश्मन है, गाली देन वाला है ते यह महिमा करन वाला है। बाबा कहंदे जरा भी वृत्ति विच की ना आए कि यह तो दुश्मन है ते गाली देन वाला हैगा ते यह महिमा करन वाला है। स्लोगन है निरंतर योग अभ्यास से अटेंशन दो तो फर्स्ट डिवीजन विच नंबर
मिल जाएगा। बाबा कहते निरंतर की करो, योग अभ्यास ते अटेंशन दो, तो फर्स्ट डिवीजन विच नंबर मिल जाएगा। ओम शांति।